ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਔਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਇਕ ਓੰਕਾਰ ਸਤਿਗੁਰ ਪ੍ਰਸਾਦ, ਕਿਨ ਬਿਦ ਮਿਲੈ ਗੁਸਾਈ ਮੇਰੇ RAM ਰਾਏ। ਕੋਈ ਐਸਾ ਸੰਤ ਸਹਿਜ ਸੁਖ ਦਾਤਾ, ਮੋਹਿ ਮਾਰਗ ਦੇ ਬਤਾਈ। ਕਿਨ ਬਿਦ ਮਿਲੈ ਗੁਸਾਈ ਮੇਰੇ RAM ਰਾਏ। ਕੋਈ ਐਸਾ ਸੰਤ ਸਹਿਜ ਸੁਖ ਦਾਤਾ, ਮੋਹਿ ਮਾਰਗ ਦੇ ਬਤਾਈ। ਰਹਾਉ ਅੰਤਰ ਅਲਖ ਨਾ ਜਾਈ ਲਖਿਆ, ਵਿੱਚ ਪੜਦਾ ਹਉ ਮੈਂ ਪਾਈ। ਮਾਇਆ ਮੋਹਿ ਸਭੋ ਜਗ ਸੋਇਆ, ਇਹੋ ਭਰਮ ਕਹੋ ਕਿਉ ਜਾਈ। ਏਕਾ ਸੰਗਤ ਇਕਤ ਗ੍ਰਹਿ ਵਸਤੇ, ਮਿਲ ਬਾਤ ਨਾ ਕਰਤੇ ਭਾਈ। ਏਕ ਬਸਤ ਬਿਨ ਪੰਚ ਦੁਹੇਲੇ, ਉਹ ਬਸਤ ਅਗੋਚਰ ਠਾਈ। ਜਿਸ ਕਾ ਗ੍ਰਹਿ ਤਿਨ ਦੀਆ ਤਾਲਾ, ਕੂੰਜੀ ਗੁਰ ਸੋ ਪਾਈ। ਅਨਕ ਅਪਾਵ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸਰਣਾਈ। ਜਿਨ ਕੇ ਬੰਧਨ ਕਾਟੇ ਸਤਿਗੁਰ, ਤਿਨ ਸਾਧ ਸੰਗਤ ਲਿਵ ਲਾਈ। ਪੰਚ ਜਨਾ ਮਿਲ ਮੰਗਲ ਗਾਇਆ, ਹਰ ਨਾਨਕ ਭੇਦ ਨਾ ਪਾਈ। ਮੇਰੇ RAM ਰਾਏ, ਇਨ ਬਿਦ ਮਿਲੈ ਗੁਸਾਈ। ਸਹਿਜ ਭਇਆ ਭ੍ਰਾਮ ਖਿਨ ਮੈਂ ਨਾਠਾ, ਮਿਲ ਜੋਤੀ ਜੋਤ ਸਮਾਈ। ਰਹਾਉ ਦੂਜਾ। ਸਹਿਜ ਭਇਆ ਭ੍ਰਾਮ ਖਿਨ ਮੈਂ ਨਾਠਾ, ਮਿਲ ਜੋਤੀ ਜੋਤ ਸਮਾਈ। ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਾਬਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ। ਜਾਗਦੀ ਜੋਤ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ, ਡੰਡੌਤ ਵੰਦਨਾ ਕਰਦੇ ਹੋਏ, ਅਰਦਾਸਾਂ ਬੇਨਤੀਆਂ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਫਤਿਹ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿ ਗੌੜੀ ਰਾਗ ਦੇ ਅੰਦਰ, ਪੂਰਬੀ ਜਾਤੀ ਦੇ ਅੰਦਰ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਬਦ ਉਚਾਰਨ ਕਰਦੇ ਹਨ।
ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਲ ਪੁਰਖ ਇੱਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਜਿਸ ਸਮੇਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਭਾਈ ਗੁਰਦਾਸ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਲਿਖਵਾ ਰਹੇ ਸਨ, ਉਸ ਵੇਲੇ ਭਾਈ ਪ੍ਰਾਣਾ ਜੀ ਜੋ ਸਤਿਗੁਰਾਂ ਦੇ ਅਨੰਨ ਸੇਵਕ ਸਨ, ਨੇੜੇ ਦੇ ਸੇਵਕ ਸਨ, ਆਤਮ ਗਿਆਨੀ ਸਨ, ਹਰ ਸਮੇਂ ਸਤਿਗੁਰਾਂ ਦੇ ਨਿਕਟ ਵਰਤੀ ਰਹਿੰਦੇ ਸਨ, ਨੇੜੇ ਰਹਿੰਦੇ ਸਨ, ਨੇੜੇ ਦੇ ਸੇਵਕ ਸਨ। ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਗੇ ਜੋ ਪ੍ਰਸ਼ਨ ਕੀਤੇ ਸਨ, ਉਹਨਾਂ ਨੂੰ ਆਪਣੇ ਮੁਖ ਦੁਆਰਾ ਕਥਨ ਕਰਦੇ ਉੱਤਰ ਵਿੱਚ ਇਹ ਦੋ ਸ਼ਬਦ ਭਾਈ ਪ੍ਰਾਣਾ ਜੀ ਦੇ ਪ੍ਰਥਾਏ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ। ਭਾਈ ਪ੍ਰਾਣਾ ਜੀ ਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿ ਮਹਾਰਾਜ ਜੀ ਕਹਿਣ ਲੱਗੇ, ਕਿਨ ਵਿਦ ਮਿਲੈ ਗੁਸਾਈ ਮੇਰੇ RAM ਰਾਏ। ਪ੍ਰਾਣਾ ਜੀ ਕਹਿਣ ਲੱਗਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਕਿਨ ਵਿਦ ਮਿਲੈ ਗੁਸਾਈ ਮੇਰੇ RAM ਰਾਏ। ਪ੍ਰਾਣਾ ਜੀ ਕਹਿਣ ਲੱਗਿਆ, ਹੇ ਮੇਰੇ ਰਾਏ ਰਾਜਾ ਰੂਪ ਪਰਮੇਸ਼ਰ ਜੀ ਦੀ ਜੋਤ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ, ਵਿਆਪਕ ਤੇ ਪ੍ਰਕਾਸ਼ ਰੂਪ ਜੀ ਦੀ ਜੋਤ ਸਤਿਗੁਰੂ ਜੀ, ਕਿਨ ਵਿਦ ਕਿਸ ਤਰੀਕੇ ਨਾਲ ਪ੍ਰਿਥਵੀ ਦਾ ਮਾਲਕ ਵਾਹਿਗੁਰੂ ਪ੍ਰਾਪਤ ਹੋਵੇਗਾ, ਮਿਲੇਗਾ। ਕਿਨ ਵਿਦ ਮਿਲੈ ਗੁਸਾਈ ਮੇਰੇ RAM ਰਾਏ। ਹੇ ਮੇਰੇ RAM ਰਾਏ, ਰਾਜਾ ਸਰੂਪ ਪਰਮੇਸ਼ਰ ਦੀ ਜੋਤ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿ ਵਿਆਪਕ ਤੇ ਪ੍ਰਕਾਸ਼ ਰੂਪ ਦੀ ਜੋਤ ਸਤਿਗੁਰੂ ਜੀ, ਕਿਸ ਤਰੀਕੇ ਨਾਲ ਪ੍ਰਿਥਵੀ ਦਾ ਮਾਲਕ ਵਾਹਿਗੁਰੂ ਮਿਲੇਗਾ, ਪ੍ਰਾਪਤ ਹੋਵੇਗਾ। ਕੋਈ ਐਸਾ ਸੰਤ ਸਹਿਜ ਸੁਖ ਦਾਤਾ। ਕਹਿਣ ਲੱਗੇ ਕੋਈ ਐਸਾ ਅਜਿਹਾ ਸੰਤ ਮਹਾਂਪੁਰਖ ਮਹਾਤਮਾ ਜਿਸ ਦੀਆਂ ਸਾਰੀਆਂ ਬਾਸ਼ਨਾਵਾਂ ਅੰਤ ਹੋ ਗਈਆਂ ਹੋਣ, ਦਮਨ ਹੋ ਗਈਆਂ ਹੋਣ, ਖਤਮ ਹੋ ਗਈਆਂ ਹੋਣ, ਸਹਿਜੇ ਸੁੱਖ ਨੂੰ ਪ੍ਰਾਪਤ ਕੀਤਾ ਹੋਵੇ ਜਿਸ ਨੇ। ਕੋਈ ਐਸਾ ਸੰਤ ਸਹਿਜ ਸੁਖ ਦਾਤਾ ਕਿ ਕੋਈ ਐਸਾ ਅਜਿਹਾ ਸੰਤ ਮਹਾਤਮਾ ਜਿਸ ਦੀਆਂ ਸਾਰੀਆਂ ਬਾਸ਼ਨਾਵਾਂ ਦਾ ਅੰਤ ਹੋ ਗਿਆ ਹੋਵੇ, ਦਮਨ ਹੋ ਗਿਆ ਹੋਵੇ ਅਤੇ ਸਹਿਜ ਗਿਆਨ ਸਹਿਜੇ ਸੁੱਖ ਨੂੰ ਪ੍ਰਾਪਤ ਕੀਤਾ ਹੋਵੇ ਜਿਸ ਨੇ, ਅਤੇ ਹੋਰਨਾਂ ਨੂੰ ਦਾਤਾਂ ਦੇਣ ਵਾਲਾ ਹੋਵੇ। ਮੋਹੇ ਮਾਰਗ ਦੇਹ ਬਿਤਾਈ ਕਿ ਉਹ ਮੋਹੇ ਮੇਰੇ ਤਾਈਂ ਪਰਮੇਸ਼ਰ ਦੀ ਪ੍ਰਾਪਤੀ ਦਾ, ਭਗਤੀ ਦਾ ਸਹਿਜ ਗਿਆਨ ਰੂਪੀ ਰਸਤਾ ਕਿਰਪਾ ਕਰਕੇ ਦੱਸ ਦੇਵੇ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਅੰਤਰ ਅਲਖ ਨਾ ਜਾਈ ਲਖਿਆ, ਵਿੱਚ ਪੜਦਾ ਹਉ ਮੈਂ ਪਾਈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਗੁਰਸਿੱਖੋ, ਉਹ ਪਰਮੇਸ਼ਰ ਹਿਰਦੇ ਅੰਤਰ ਅੰਦਰ ਹੀ ਹੈ। ਅੰਤਰ ਅਲਖ ਨਾ ਜਾਈ ਲਖਿਆ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਭਾਈ ਪ੍ਰਾਣਾ ਜਿਹੇ ਸਿੱਖਾਂ ਨੂੰ ਸਮਝਾਉਣ ਲੱਗੇ, ਕਹਿਣ ਲੱਗੇ, ਹੇ ਗੁਰਸਿੱਖੋ, ਉਹ ਪਰਮੇਸ਼ਰ ਹਿਰਦੇ ਅੰਦਰ ਹੀ ਹੈ, ਪਰ ਗੁਰਾਂ ਤੋਂ ਬਗੈਰ ਅਲਖ ਨਾ ਜਾਈ ਲਖਿਆ, ਲਖਣ ਤੋਂ ਰਹਿਤ ਹੈ ਅਤੇ ਸ਼ਕਤੀ ਬਿਰਤੀ ਕਰਕੇ ਕਿਸੇ ਦੇ ਪਾਸੋਂ ਜਾਣਿਆ ਨਹੀਂ ਜਾਂਦਾ। ਕਿਉਂਕਿ ਵਿੱਚ ਪੜਦਾ ਹਉਮੈ ਪਾਈ, ਕਿਉਂਕਿ ਹਿਰਦੇ ਦੇ ਅੰਦਰ ਹਉਮੈ ਦਾ, ਹੰਗਤਾ ਦਾ, ਮਮਤਾ ਦਾ ਪਰਦਾ ਪਾਇਆ ਹੋਇਆ ਹੈ। ਇਸ ਕਰਕੇ ਉਹ ਪਰਦੇ ਦੇ ਕਰਕੇ ਕਿ ਉਹ ਜਾਣਿਆ ਨਹੀਂ ਜਾਂਦਾ, ਵਸਦਾ ਅੰਦਰ ਹੀ ਹੈ। ਕਿ ਮਾਇਆ ਦਾ ਜਿਹੜਾ ਪਰਦਾ ਪਾਇਆ ਹੈ, ਉਹ ਮਾਇਆ ਦਾ ਪਰਦਾ ਹੈ ਜਿਹੜਾ ਉਹ ਪਰਮੇਸ਼ਰ ਦੇ ਨਾਲ ਮੇਲ ਨਹੀਂ ਹੋਣ ਦਿੰਦਾ। ਅੰਤਰ ਅਲਖ ਨਾ ਜਾਈ ਲਖਿਆ, ਵਿੱਚ ਪੜਦਾ ਹਉਮੈ ਪਾਈ,
ਗੁਰੂ ਅਰਜਨ ਦੇਵ ਮਹਾਰਾਜ ਜੀ ਪੁਰਾਣੇ ਜਿਹੇ ਜੋ ਪੁਰਾਣਾ ਸਿੱਖ ਸੀ ਭਾਈ ਪੁਰਾਣਾ ਜੀ ਤੇ ਭਾਈ ਗੁਰਦਾਸ ਜੀ, ਉਹਨਾਂ ਨੂੰ ਕਹਿਣ ਲੱਗੇ, ਹੇ ਗੁਰਸਿੱਖੋ, ਉਹ ਪਰਮੇਸ਼ਰ ਹਿਰਦੇ ਅੰਦਰ ਹੀ ਹੈ, ਪਰ ਗੁਰਾਂ ਤੋਂ ਬਗੈਰ ਅਲੱਖ ਲਾਖਣ ਤੋਂ ਰਹਿਤ ਹੈ। ਸ਼ਕਤੀ ਵਿਰਤੀ ਕਰਕੇ ਕਿਸੇ ਦੇ ਪਾਸੋਂ ਜਾਣਿਆ ਨਹੀਂ ਜਾਂਦਾ, ਕਿਉਂਕਿ ਵਿੱਚ ਪੜਦਾ ਹਉਮੈ ਪਾਈ, ਕਿਉਂਕਿ ਹਿਰਦੇ ਅੰਦਰ ਹਉਮੈ ਦਾ, ਹੰਗਤਾ ਦਾ, ਮਮਤਾ ਦਾ ਪੜਦਾ ਪਾਇਆ ਹੋਇਆ ਹੈ ਕਿ ਵਸਦਾ ਉਹ ਅੰਦਰ ਹੀ ਹੈ। ਪਰ ਇਸ ਦੇ ਜਿਹੜਾ ਪਰਮਾਤਮਾ ਤੇ ਆਤਮਾ ਦੇ ਅੰਦਰ ਪੜਦਾ ਹੈ, ਇਹ ਹਉਮੈ ਦਾ ਪੜਦਾ ਹੈ। ਜੈਸੇ ਗੰਢਾ ਹੁੰਦਾ ਹੈ, ਗੰਢੇ ਦੇ ਛਿਲਕ ਦੂਜੇ ਨਾਲ ਨਹੀਂ ਲੱਗਦੇ, ਵਿੱਚ ਪਤਲਾ ਜਿਹਾ ਪੜਦਾ ਹੁੰਦਾ ਹੈ। ਇਸੇ ਤਰ੍ਹਾਂ ਜੀਵ ਆਤਮਾ ਤੇ ਪਰਮਾਤਮਾ ਅੰਦਰ ਹੀ ਵਸਦੇ ਹਨ, ਪਰ ਹਉਮੈ ਦਾ, ਹੰਕਾਰ ਦਾ ਪੜਦਾ ਪਿਆ ਹੋਇਆ ਹੈ। ਮਹਾਰਾਜ ਜੀ ਨੇ ਵੀ ਬਾਣੀ ਦੁਆਰਾ ਸਮਝਾਉਣਾ ਕੀਤਾ ਹੈ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇਕਠਾਏ, ਕਿ ਪਰਮੇਸ਼ਰ ਦਾ ਜੇ ਨਾਮ ਜਪਣਾ ਹੋਵੇ ਤਾਂ ਹਉਮੈ ਦਾ ਪੜਦਾ ਹੈ ਜਿਹੜਾ ਉਹ ਮਿਲਣ ਨਹੀਂ ਦਿੰਦਾ। ਹਉਮੈ ਨਾਵੈ ਨਾਲ ਵਿਰੋਧ ਹੈ, ਆਪਸ ਦੇ ਵਿੱਚ ਇਹਨਾਂ ਦਾ ਦੋਨਾਂ ਦਾ ਵਿਰੋਧ ਹੋਣ ਕਰਕੇ ਕਿ ਨਾਮ ਨਹੀਂ ਜਪਿਆ ਜਾਂਦਾ। ਨਾਮ ਤੋਂ ਬਿਨਾਂ ਇਹ ਪੜਦਾ ਨਹੀਂ ਟੁੱਟਦਾ, ਪੜਦਾ ਪਰੇ ਨਹੀਂ ਹੁੰਦਾ। ਇਸੇ ਕਰਕੇ ਆਤਮਾ ਦਾ ਪਰਮਾਤਮਾ ਨਾਲ ਮੇਲ ਨਹੀਂ ਹੁੰਦਾ। ਦੇਖੋ ਕਿ ਜਿਹੜੀ ਜੀਵ ਆਤਮਾ ਹੈ ਪਰਮਾਤਮਾ ਦੇ ਨਾਲੋਂ ਵਿਛੜ ਕੇ ਆਈ ਹੈ। ਇੱਥੇ ਇਸ ਨੇ ਮੇਲ ਕਰਨਾ ਸੀ ਪਰਮਾਤਮਾ ਨਾਲ, ਇੱਥੇ ਇਹਦੇ ਅੰਦਰ ਹਉਮੈ ਦਾ ਪੜਦਾ ਪੈ ਗਿਆ। ਹਉਮੈ ਦਾ ਪੜਦਾ ਪੈਣ ਕਰਕੇ ਤਾਂ ਪਰਮੇਸ਼ਰ ਦੇ ਨਾਲ ਆਤਮਾ ਦਾ ਮੇਲ ਨਹੀਂ ਹੋ ਰਿਹਾ। ਮਾਇਆ ਮੋਹੇ ਸਭੋ ਜਗ ਸੋਇਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਇਹ ਸਭੋ ਸਾਰਾ ਜਗਤ ਸੰਸਾਰ ਹੀ ਮਾਇਆ ਦੇ ਮੋਹ ਵਿੱਚ ਸੁੱਤਾ ਪਿਆ ਹੈ। ਮਾਇਆ ਮੋਹੇ ਸਭੋ ਜਗ ਸੋਇਆ, ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਹੇ ਭਾਈ, ਇਹ ਸਾਰਾ ਜਗਤ ਸੰਸਾਰ ਹੀ ਮਾਇਆ ਦੇ ਮੋਹ ਵਿੱਚ ਸੋਇਆ ਸੁੱਤਾ ਪਿਆ ਹੈ। ਅਤੇ ਇਹੋ ਭਰਮ ਕਹੋ ਕਿਉਂ ਜਾਈ, ਕਿ ਇਹ ਜੋ ਜੀਵ ਈਸ ਆਦ ਦਾ ਭਰਮ ਹੈ, ਭੁਲੇਖਾ ਹੈ, ਸੰਸਾ ਹੈ, ਇਹ ਦੱਸੋ ਖਾਂ ਕਿਵੇਂ ਜਾਵੇਗਾ, ਕਿਵੇਂ ਨਾਸ ਹੋਵੇਗਾ। ਜਦੋਂ ਇਹ ਸਾਰਾ ਜਗਤ ਮਾਇਆ ਦੇ ਮੋਹ ਦੇ ਵਿੱਚ ਸੁੱਤਾ ਪਿਆ ਹੈ, ਫਿਰ ਇਹ ਜੀਵ ਈਸ ਆਦ ਦਾ ਭਰਮ ਭੁਲੇਖਾ ਸੰਸਾ ਇਹ ਦੱਸੋ ਕਿਵੇਂ ਜਾਵੇਗਾ, ਇਹ ਨਾਸ ਕਿਵੇਂ ਹੋਵੇਗਾ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ ਕਿ ਕਿਵੇਂ ਜਾਏਗਾ। ਏਕਾ ਸੰਗਤ ਇਕਤ ਗ੍ਰਹਿ ਬਸਤੇ, ਮਿਲ ਬਾਤ ਨਾ ਕਰਤੇ ਭਾਈ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ ਕਿ ਹੇ ਭਾਈ, ਇਹਨਾਂ ਇੰਦਰੀਆਂ ਨੂੰ ਏਕਾ ਇੱਕੋ ਚੇਤਨ ਬ੍ਰਹਮ ਦਾ ਹੀ ਮਿਲਾਪ ਹੈ, ਕਿ ਸੰਬੰਧ ਹੈ। ਏਕਾ ਸੰਗਤ ਇਕਤ ਗ੍ਰਹਿ ਬਸਤੇ, ਕਿ ਹੇ ਭਾਈ, ਇਹਨਾਂ ਇੰਦਰੀਆਂ ਨੂੰ ਇੱਕੋ ਚੇਤਨ ਬ੍ਰਹਮ ਦਾ ਹੀ ਸੰਗਤ ਹੈ, ਮਿਲਾਪ ਹੈ, ਸੰਬੰਧ ਹੈ। ਅਤੇ ਇਕਤ ਗ੍ਰਹਿ ਬਸਤੇ, ਇਕਤ ਇੱਕੋ ਹੀ ਸਰੀਰ ਰੂਪੀ ਗ੍ਰਹਿ, ਸਰੀਰ ਰੂਪੀ ਘਰ ਦੇ ਵਿੱਚ ਵਸਦੇ ਹਨ। ਆਤਮਾ ਤੇ ਪਰਮਾਤਮਾ ਦੋਨੇ ਇੱਕ ਸਰੀਰ ਰੂਪੀ ਘਰ ਦੇ ਵਿੱਚ ਵਸਦੇ ਹਨ। ਸਾਰਿਆਂ ਨੂੰ ਇੱਕੋ ਹੀ ਅੰਤਸਕਰਨ ਦੀ ਸੰਗਤ ਹੈ, ਕਿ ਸਾਰਿਆਂ ਨੂੰ ਇੱਕੋ ਹੀ ਅੰਤਸਕਰਨ ਦੀ ਹਿਰਦੇ ਦੀ ਸੰਗਤ ਹੈ। ਅਤੇ ਇੱਕੋ ਹੀ ਅੰਤਸਕਰਨ ਹਿਰਦੇ ਰੂਪੀ ਘਰ ਦੇ ਵਿੱਚ ਵਸਦੇ ਹਨ। ਪਰ ਮਿਲ ਬਾਤ ਨਾ ਕਰਤੇ ਭਾਈ, ਪਰ ਉਸ ਪਿਆਰੇ ਪਰਮੇਸ਼ਰ ਦੇ ਨਾਲ ਮਿਲਣ ਦੀ ਇਹ ਬਾਤ, ਇਹ ਗੱਲ ਨਹੀਂ ਕਰਦੇ, ਕਿਉਂਕਿ ਮਨ ਸੰਕਲਪਾਂ ਵਿਕਲਪਾਂ ਵਿੱਚ ਦੌੜਦਾ ਫਿਰਦਾ ਹੈ।
ਤੇ ਇੰਦਰੇ ਆਪਣੇ ਸਵਾਦਾਂ ਵਿੱਚ ਲੱਗੇ ਰਹਿੰਦੇ ਹਨ। ਪਰਮੇਸ਼ਰ ਦੇ ਮਿਲਣ ਦੀ ਇਹ ਬਾਤ ਨਹੀਂ ਕਰਦੇ। ਇਸੇ ਕਰਕੇ ਇਹਨਾਂ ਦਾ ਮਿਲਾਪ ਨਹੀਂ ਹੁੰਦਾ। ਇਹ ਹਿਰਦੇ ਰੂਪੀ ਸਰੀਰ ਰੂਪੀ ਘਰ ਦੇ ਵਿੱਚ ਹੀ ਵਸਦੇ ਹਨ। ਪਰਮੇਸ਼ਰ ਦੀ ਨਾ ਗੱਲ ਕਰਨ ਕਰਕੇ, ਪਰਮੇਸ਼ਰ ਨੂੰ ਚੇਤੇ ਨਾ ਕਰਨ ਕਰਕੇ ਕਿ ਇਹ ਹੋਰ ਸੰਕਲਪਾਂ ਵਿਕਲਪਾਂ ਦੇ ਵਿੱਚ ਇਹ ਮਨ ਦੌੜਦਾ ਫਿਰਦਾ ਹੈ ਤੇ ਇੰਦਰੇ ਸਵਾਦਾਂ ਵਿੱਚ ਲੱਗੇ ਰਹਿੰਦੇ ਹਨ। ਇਸੇ ਕਰਕੇ ਇਹ ਪਰਦਾ ਨਹੀਂ ਟੁੱਟਦਾ। ਏਕ ਬਸਤ ਬਿਨ ਪੰਚ ਦੁਹੇਲੇ, ਏਕ ਇੱਕ ਆਤਮਾਨੰਦ ਰੂਪੀ ਜਿਹੜੀ ਵਸਤੂ ਤੋਂ ਬਗੈਰ, ਏਕ ਬਸਤ ਬਿਨ ਪੰਚ ਦੁਹੇਲੇ, ਇੱਕ ਆਤਮਾਨੰਦ ਰੂਪੀ ਵਸਤੂ ਤੋਂ ਬਗੈਰ, ਚੇਤਨ ਰੂਪੀ ਵਸਤੂ ਦੀ ਸਖਿਆਤਤਾ ਤੋਂ ਬਗੈਰ ਇਹ ਪੰਜ, ਇਹ ਪੰਜੇ ਗਿਆਨ ਇੰਦਰੇ, ਕੰਨ, ਨੱਕ, ਅੱਖਾਂ, ਜੀਭ, ਚਮੜੀ ਦੁਖੀ ਹੋ ਰਹੇ ਹਨ। ਏਕ ਬਸਤ ਬਿਨ ਪੰਚ ਦੁਹੇਲੇ, ਇੱਕ ਬ੍ਰਹਮਾਨੰਦ ਰੂਪੀ ਵਸਤੂ ਜੋ ਬ੍ਰਹਮ ਗਿਆਨ ਹੈ ਜਾਂ ਪਰਮੇਸ਼ਰ ਹੈ, ਉਸ ਤੋਂ ਬਗੈਰ ਇਹ ਪੰਜੇ ਗਿਆਨ ਇੰਦਰੇ, ਕੰਨ, ਨੱਕ, ਅੱਖਾਂ, ਜੀਭ, ਚਮੜੀ ਦੁਖੀ ਹੋ ਰਹੇ ਹਨ। ਉਹ ਵਸਤ ਅਗੋਚਰ ਠਾਈ, ਉਹ ਵਸਤੂ ਅਗੋਚਰ ਇੰਦਰੀਆਂ ਦੇ ਅਵਿਸ਼ੇ ਅੰਤਸਕਰ ਰੂਪੀ ਜਗ੍ਹਾ ਦੇ ਅੰਦਰ ਚੇਤਨ ਰੂਪ ਹੈ, ਆਧਾਰ ਰੂਪ ਹੈ, ਆਦਿ ਸਠਾਨ ਰੂਪ ਹੈ ਕਿ ਸਾਰਿਆਂ ਦੇ ਹਿਰਦੇ ਅੰਦਰ ਟਿਕਾਈ ਹੋਈ ਹੈ। ਜਿਸ ਕਾ ਗ੍ਰਹਿ ਤਿਨ ਦੀਆ ਤਾਲਾ, ਕੂੰਜੀ ਗੁਰ ਸੋ ਪਾਈ। ਜਿਸ ਕਾ ਗ੍ਰਹਿ ਕਿ ਜਿਸ ਪਰਮੇਸ਼ਰ ਦਾ ਇਹ ਸਰੀਰ ਰੂਪੀ ਗ੍ਰਹਿ, ਸਰੀਰ ਰੂਪੀ ਘਰ ਕਿ ਜਾਂ ਸੰਸਾਰ ਰੂਪੀ ਘਰ ਹੈ, ਤਿਨ ਦੀਆ ਤਾਲਾ ਕਿ ਉਸ ਨੂੰ ਆਸਾ ਅੰਦੇਸਾ ਰੂਪੀ ਤਾਲਾ ਤਖਤੇ ਲੱਗੇ ਹੋਏ ਹਨ। ਜਿਸ ਕਾ ਗ੍ਰਹਿ ਤਿਨ ਦੀਆ ਤਾਲਾ ਕਿ ਕੂੰਜੀ ਗੁਰ ਸੋ ਭਾਈ, ਕਿ ਜਿਸ ਪਰਮੇਸ਼ਰ ਦਾ ਇਹ ਸਰੀਰ ਰੂਪੀ ਘਰ ਜਾਂ ਸੰਸਾਰ ਰੂਪੀ ਘਰ ਹੈ, ਜਿਸ ਨੂੰ ਆਸਾ ਅੰਦੇਸਾ ਰੂਪੀ ਤਖਤੇ ਲੱਗੇ ਹੋਏ ਹਨ ਤੇ ਦੇਹ ਅਧਿਆਸ ਰੂਪੀ ਕੁੰਡਾ ਲੱਗਿਆ ਹੋਇਆ ਹੈ, ਤਿਸ ਪਰਮੇਸ਼ਰ ਨੇ ਹੀ ਇਸ ਘਰ ਨੂੰ ਅਗਿਆਨ ਰੂਪੀ ਤਾਲਾ, ਅਗਿਆਨ ਰੂਪੀ ਜਿੰਦਰਾ ਲਗਾ ਦਿੱਤਾ ਹੈ ਅਤੇ ਇਸ ਨੂੰ, ਇਸ ਦੀ ਬ੍ਰਹਮ ਵਿਦਿਆ ਰੂਪੀ ਕੂੰਜੀ, ਬ੍ਰਹਮ ਵਿਦਿਆ ਰੂਪੀ ਚਾਬੀ ਗੁਰ ਸੋ ਪਾਈ ਤੇ ਗੁਰੂ ਸਤਿਗੁਰੂ ਸਾਹਿਬ ਜੀ ਨੇ ਸੋ ਪਾਈ ਸੌਂਪ ਦਿੱਤੀ ਹੈ। ਮਹਾਰਾਜ ਜੀ ਸਮਝਾ ਰਹੇ ਹਨ, ਜਿਸ ਕਾ ਗ੍ਰਹਿ ਤਿਨ ਦੀਆ ਤਾਲਾ, ਕੂੰਜੀ ਗੁਰ ਸੋ ਪਾਈ। ਜਿਸ ਪਰਮੇਸ਼ਰ ਦਾ ਇਹ ਸਰੀਰ ਰੂਪੀ ਗ੍ਰਹਿ ਹੈ, ਘਰ ਹੈ ਜਾਂ ਸੰਸਾਰ ਰੂਪੀ ਗ੍ਰਹਿ ਹੈ, ਘਰ ਹੈ ਤੇ ਜਿਸ ਨੂੰ ਆਸਾ ਅੰਦੇਸਾ ਰੂਪੀ ਤਖਤੇ ਲੱਗੇ ਹੋਏ ਹਨ ਤੇ ਦੇਹ ਅਧਿਆਸ ਰੂਪੀ ਕੁੰਡਾ ਲੱਗਿਆ ਹੋਇਆ ਹੈ, ਤਿਸ ਪਰਮੇਸ਼ਰ ਨੇ ਹੀ ਇਸ ਘਰ ਨੂੰ ਅਗਿਆਨ ਰੂਪੀ ਤਾਲਾ ਲਗਾ ਦਿੱਤਾ ਹੈ, ਅਗਿਆਨ ਰੂਪੀ ਜਿੰਦਰਾ ਲਗਾ ਦਿੱਤਾ ਹੈ ਅਤੇ ਇਸ ਦੀ ਬ੍ਰਹਮ ਵਿਦਿਆ ਰੂਪੀ ਕੂੰਜੀ ਚਾਬੀ ਸਤਿਗੁਰੂ ਜੀ ਨੂੰ ਸੌਂਪ ਦਿੱਤੀ ਹੈ। ਪਰ ਅਨਕ ਉਪਾਵ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸਰਨਾਈ। ਸਤਿਗੁਰੂ ਜੀ ਦੀ ਸਰਨਾਈ, ਸ਼ਰਨ ਪੈਣ ਤੋਂ ਬਗੈਰ ਹੋਰ ਅਨਕ ਅਨੇਕਾਂ ਜਪ ਤਪ ਸਾਧਨ ਜੋਗ ਨੇਮ ਆਦਿਕ ਉਪਾਵ ਯਤਨ ਕਰਕੇ ਆਤਮਾਨੰਦ ਰੂਪੀ ਵਸਤੂ ਨੂੰ ਕੋਈ ਵੀ ਅੰਦਰੋਂ ਨਹੀਂ ਪਾ ਸਕਦਾ। ਅਨਕ ਉਪਾਵ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸਰਨਾਈ, ਕਿ ਸਤਿਗੁਰੂ ਜੀ ਦੀ ਸਰਨਾਈ, ਸ਼ਰਨ ਵਿੱਚ ਪੈਣ ਤੋਂ ਬਗੈਰ ਹੋਰ ਅਨੇਕਾਂ ਜਪ ਤਪ ਸਾਧਨ ਜੋਗ ਨੇਮ ਆਦਿਕ ਯਤਨ ਕਰਕੇ ਆਤਮਾਨੰਦ ਰੂਪੀ ਵਸਤੂ ਨੂੰ ਕੋਈ ਵੀ ਅੰਦਰੋਂ ਨਹੀਂ ਪਾ ਸਕਦਾ। ਜੈਸਾ ਮਾਝ ਰਾਗ ਦੇ ਅੰਦਰ 124 ਅੰਗ ਤੇ
ਪੰਜਵੇਂ ਪਾਤਸ਼ਾਹ ਦੀ ਬਾਣੀ ਦੇ ਅੰਦਰ ਆਉਂਦਾ ਹੈ, ਸਤਿਗੁਰ ਹੱਥ ਕੂੰਜੀ ਹੋਰਥ ਦਰ ਖੁੱਲ੍ਹੈ ਨਾਹੀ, ਗੁਰ ਪੂਰੇ ਭਾਗ ਮਿਲਾਵਣਿਆ। ਉਸ ਤੋਂ ਬਾਅਦ ਸਾਰੰਗ ਦੀ ਵਾਰ ਦੇ ਅੰਦਰ ਆਉਂਦਾ ਹੈ, ਚੌਥੇ ਪਾਤਸ਼ਾਹ ਦਾ ਸ਼ਬਦ ਹੈ 1237 ਅੰਗ ਤੇ, ਗੁਰ ਕੂੰਜੀ ਪਾਹੋ ਨਿਵਲ ਮਨ ਕੋਠਾ ਤਨ ਛਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ। ਆਵਰ ਨਾ ਕੂੰਜੀ ਹੱਥ, ਕਿ ਕੂੰਜੀ ਉਸ ਪਰਮੇਸ਼ਰ ਦੇ ਹੱਥ ਵਿੱਚ ਹੈ ਕਿ ਉਸ ਨੂੰ ਖੋਲ੍ਹਣ ਦਾ ਕਿਤਨਾ ਵੀ ਯਤਨ ਕਰੀ ਜਾਵੇ ਕਿ ਜਾਪ ਤਪ ਸਾਧਨ ਜੋਗ ਨੇਮ ਆਦਿਕ ਯਤਨ ਕਰ ਲੇ, ਪਰ ਆਤਮਾਨੰਦ ਰੂਪੀ ਵਸਤੂ ਨੂੰ ਕੋਈ ਵੀ ਅੰਦਰੋਂ ਨਹੀਂ ਪਾ ਸਕਦਾ। ਜਿਨ ਕੇ ਬੰਧਨ ਕਾਟੇ ਸਤਿਗੁਰ, ਜਿਨ੍ਹਾਂ ਦੇ ਬੰਧਨ ਜਿਨ੍ਹਾਂ ਦੇ ਜੰਜਾਲ ਗੁਰੂ ਸਾਹਿਬ ਜੀ ਨੇ ਕੱਟ ਦਿੱਤੇ ਹਨ, ਤਿਨ ਸਾਧ ਸੰਗਤ ਲਿਵ ਲਾਈ, ਤਿਨ ਉਹਨਾਂ ਨੇ ਸਾਧ ਸੰਗਤ ਸਤ ਸੰਗਤ ਵਿੱਚ ਮਿਲ ਕਰਕੇ ਬਿਰਤੀ ਲਾਉਣਾ ਕੀਤੀ ਹੈ, ਜੋੜਨਾ ਕੀਤੀ ਹੈ। ਜਿਨ੍ਹਾਂ ਦੇ ਬੰਧਨ ਜੰਜਾਲ ਗੁਰੂ ਸਾਹਿਬ ਜੀ ਨੇ ਕੱਟ ਦਿੱਤੇ ਹਨ, ਉਹਨਾਂ ਨੇ ਸਤ ਸੰਗਤ ਵਿੱਚ ਮਿਲ ਕੇ ਲਿਵ ਬਿਰਤੀ ਲਾਉਣਾ ਕੀਤੀ ਹੈ, ਜੋੜਨਾ ਕੀਤੀ ਹੈ। ਪੰਜ ਜਨਾ ਮਿਲ ਮੰਗਲ ਗਾਇਆ, ਕਿ ਪੰਜ ਮੁਖੀ ਜਨਾ ਸਾਧ ਜਨਾ, ਜਿਨ੍ਹਾਂ ਨੇ ਪੰਜ ਵਿਸ਼ੇ ਰੋਕ ਲਏ ਹਨ, ਪੰਜੇ ਸ਼ਬਦ ਸਪਰਸ ਰੂਪ ਰਸ ਗੰਧ ਵਿਸ਼ਿਆਂ ਵਿੱਚ ਦੌੜਨ ਵਾਲੇ ਜੋ ਸਮੂਹ ਇੰਦਰੇ ਸੀ, ਉਹ ਉਹਨਾਂ ਨੇ ਸੰਗਤ ਵਿੱਚ ਮਿਲ ਕਰਕੇ ਖੁਸ਼ੀ ਦੇ ਗੀਤਾਂ ਨੂੰ ਗਾਉਣਾ ਕੀਤਾ ਹੈ। ਜਿਨ੍ਹਾਂ ਵਿੱਚ ਭਾਣਾ ਮੰਨਣਾ, ਭਗਤੀ ਕਰਨਾ, ਸ਼ਰਾਵਣ ਮੰਨਣ ਨਿਧਾਸਨ ਰੂਪ ਪੰਜ ਪ੍ਰਧਾਨ ਗੁਣ ਹਨ, ਉਹਨਾਂ ਨਾਲ ਮਿਲ ਕਰਕੇ ਪਰਮੇਸ਼ਰ ਦੇ ਜਸ ਨੂੰ ਜਿਨ੍ਹਾਂ ਨੇ ਗਾਉਣਾ ਕੀਤਾ ਹੈ। ਹਰ ਨਾਨਕ ਭੇਦ ਨਾ ਭਾਈ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ, ਇਉਂ ਹਰੀ ਦਾ ਤੇ ਪਰਤਕ ਚੇਤਨ ਦਾ ਕੋਈ ਫਰਕ ਰਹਿ ਨਹੀਂ ਜਾਂਦਾ, ਕਿ ਜਿਨ ਜਾਤਾ ਸੋ ਤਿਸ ਹੀ ਜਿਹਾ। ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਣਿਆ ਹੈ, ਉਹ ਪਰਮੇਸ਼ਰ ਜਿਹਾ ਹੀ ਹੋ ਜਾਂਦਾ ਹੈ। ਆਤ ਨਿਰਮੈਲ ਸੀਜ ਸਦੇਹਾ, ਤੇ ਉਸ ਦੀ ਮੈਲ ਲੈ ਕੇ ਦੇਹਾ ਹੈ ਜਿਹੜੀ ਹੈ ਸੀਜਸ ਸੁੰਦਰ ਹੋ ਜਾਂਦੀ ਹੈ। ਮੇਰੇ RAM ਰਾਏ ਇਨ ਬਿਦ ਮਿਲੈ ਗੁਸਾਈ, ਮਹਾਰਾਜ ਜੀ ਸਮਝਾ ਰਹੇ ਹਨ, ਮੇਰੇ RAM ਰਾਏ ਇਨ ਬਿਦ ਮਿਲੈ ਗੁਸਾਈ। ਹੇ ਮੇਰੇ ਰਾਜਾ ਸਰੂਪ ਪਰਮੇਸ਼ਰ ਦੇ ਪਿਆਰੇ ਭਾਈ ਪ੍ਰਾਣਾ ਜੀ, ਇਸ ਤਰੀਕੇ ਨਾਲ ਗੁਸਾਈ ਪ੍ਰਿਥਵੀ ਦਾ ਮਾਲਕ ਮਿਲਦਾ ਹੈ। ਸਹਿਜ ਭਇਆ ਭ੍ਰਮ ਖਿਨ ਮੈਂ ਨਾਠਾ, ਫਿਰ ਸਹਿਜ ਗਿਆਨ ਪ੍ਰਾਪਤ ਹੋਇਆ। ਸਹਿਜ ਭਇਆ ਭ੍ਰਮ ਖਿਨ ਮੈਂ ਨਾਠਾ, ਕਿ ਫਿਰ ਗਿਆਨ ਪ੍ਰਾਪਤ ਹੋਇਆ ਤੋਂ ਭਰਮ ਸੰਸਾ ਇੱਕ ਖਿਨ ਅੱਖ ਝਮਕਣ ਦੇ ਸਮੇਂ ਵਿੱਚ ਹੀ ਨਾਠਾ ਨਸ ਜਾਂਦਾ ਹੈ। ਤੇ ਮਿਲ ਜੋਤੀ ਜੋਤ ਸਮਾਈ, ਤੇ ਜੋਤੀ ਪਰਤਕ ਜੋਤ ਗੁਰਾਂ ਦੇ ਉਪਦੇਸ਼ ਨਾਲ ਮਿਲ ਕਰਕੇ ਅਦਵੈਤ ਆਨੰਦ ਪ੍ਰਕਾਸ਼ ਸਰੂਪ ਵਿੱਚ ਸਮਾ ਅਭੇਦ ਹੋ ਜਾਂਦਾ ਹੈ, ਇੱਕ ਮਿਕ ਹੋ ਜਾਂਦਾ ਹੈ। ਕਿ ਸਹਿਜ ਭਇਆ ਭ੍ਰਮ ਖਿਨ ਮੈਂ ਨਾਠਾ, ਮਿਲ ਜੋਤੀ ਜੋਤ ਸਮਾਈ। ਫਿਰ ਗਿਆਨ ਪ੍ਰਾਪਤ ਹੋਇਆਂ ਤੋਂ ਭਰਮ ਸੰਸਾ ਇੱਕ ਖਿਨ ਅੱਖ ਝਮਕਣ ਦੇ ਸਮੇਂ ਵਿੱਚ ਹੀ ਨਾਠਾ ਨੱਠ ਜਾਂਦਾ ਹੈ। ਮਿਲ ਜੋਤੀ ਜੋਤ ਸਮਾਈ, ਤੇ ਜੋਤੀ ਪਰਤਕ ਜੋਤ ਗੁਰਾਂ ਦੇ ਉਪਦੇਸ਼ ਨਾਲ ਮਿਲ ਕਰਕੇ ਅਦਵੈਤ ਆਨੰਦ ਪ੍ਰਕਾਸ਼ ਸਰੂਪ ਵਿੱਚ ਸਮਾਈ ਹੋ ਜਾਂਦੀ ਹੈ, ਅਭੇਦ ਹੋ ਜਾਂਦਾ ਹੈ, ਕਿ ਇੱਕ ਮਿਕ ਹੋ ਜਾਂਦਾ ਹੈ। ਰਹਾਉ ਦੂਜਾ, ਇਸ ਦੂਜੇ ਰਹਾਉ ਵਿੱਚ ਗੁਰੂ ਜੀ ਨੇ ਉੱਤਰ ਦਿੱਤਾ ਹੈ, ਇਸੇ ਕਰਕੇ ਰਹਾਉ ਦੂਜਾ ਹੈ। 4 ਪਦਿਆਂ ਤੋਂ ਬਾਅਦ ਜਿਹੜਾ ਇਹ 5ਵਾਂ ਰਹਾਉ ਆਇਆ ਹੈ, ਇਸ ਦਾ ਉੱਤਰ ਦਿੱਤਾ ਹੈ ਕਿ ਮੇਰੇ RAM ਰਾਏ ਇਨ ਬਿਦ ਮਿਲੈ ਗੁਸਾਈ।
सहज भया भ्रम खिनमै नाठा मिल ज्योति जोत समाई। कि गुरु अर्जन देव महाराज जी ने भाई प्राणा जी ਨੂੰ ਉੱਤਰ ਦਿੱਤਾ ਹੈ, ਇਸ ਦਾ ਜਵਾਬ ਦਿੱਤਾ ਹੈ। ਜਿਹੜੀਆਂ ਪਹਿਲੀਆਂ ਪੰਗਤੀਆਂ ਵਿੱਚ ਭਾਈ ਪ੍ਰਾਣਾ ਜੀ ਨੇ ਸਵਾਲ ਕੀਤਾ ਸੀ ਵੀ ਉਹ ਗੁਸਾਈ ਮਾਲਕ ਕਿਸ ਤਰੀਕੇ ਨਾਲ ਮਿਲੇਗਾ, ਮਹਾਰਾਜ ਜੀ ਨੇ ਇਸ ਰਹਾਉ ਦੀਆਂ ਪੰਗਤੀਆਂ 'ਚ ਜਵਾਬ ਦਿੱਤਾ ਹੈ। ਮੇਰੇ ਰਾਮ ਰਾਏ ਇਨ ਬਿਦ ਮਿਲੈ ਗੁਸਾਈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਹੇ ਮੇਰੇ ਰਾਜਾ ਸਰੂਪ ਪਰਮੇਸ਼ਰ ਦੇ ਪਿਆਰੇ ਭਾਈ ਪ੍ਰਾਣਾ ਜੀ, ਇਸ ਤਰੀਕੇ ਨਾਲ ਗੁਸਾਈ ਪ੍ਰਿਥਵੀ ਦਾ ਮਾਲਕ ਮਿਲ ਸਕਦਾ ਹੈ, ਮਿਲਦਾ ਹੈ। ਸਹਿਜ ਭਇਆ ਭ੍ਰਮ ਖਿਨਮੈ ਨਾਠਾ। ਫਿਰ ਸਹਿਜ ਗਿਆਨ ਪ੍ਰਾਪਤ ਹੋਇਆਂ ਤੋਂ ਭਰਮ ਸੰਸਾ ਇੱਕ ਅੱਖ ਝਮਕਣ ਦੇ ਸਮੇਂ ਵਿੱਚ ਹੀ ਨਸ ਜਾਂਦਾ ਹੈ ਤੇ ਜੋਤੀ ਪਰਤਕ ਜੋਤ ਗੁਰਾਂ ਦੇ ਉਪਦੇਸ਼ ਨਾਲ ਮਿਲ ਕਰਕੇ ਅਦਵੈਤ ਆਨੰਦ ਪ੍ਰਕਾਸ਼ ਸਰੂਪ ਵਿੱਚ ਸਮਾਈ ਹੋ ਜਾਂਦੀ ਹੈ, ਅਭੇਦ ਹੋ ਜਾਂਦਾ ਹੈ। ਗੌੜੀ ਮਹੱਲਾ ਪੰਜਵਾ। ਐਸੋ ਪਰਚੋ ਪਾਇਓ ਕਰੀ ਕਿਰਪਾ ਦਿਆਲ ਬੀਠਲੈ। ਸਤਿਗੁਰ ਮੁਝੇ ਬਤਾਇਓ ਰਹਾਉ। ਜਤ ਕਤ ਦੇਖੋ ਤਤ ਤਤ ਤੁਮ ਹੀ ਮੋਹਿ ਇਹੋ ਵਿਸਿਆਸ ਹੋਏ ਆਇਓ। ਕਹਿ ਪਹਿ ਕਰੋ ਅਰਦਾਸ ਬੇਨਤੀ ਜੋ ਸੁਨ ਤੋ ਹੈ ਰਘੁਰਾਇਓ। ਲਹਿਓ ਸਹਿਸਾ ਬੰਧਨ ਗੁਰ ਤੋਰੇ ਤਾਂ ਸਦਾ ਸਹਿਜ ਸੁਖ ਪਾਇਓ। ਹੋਣਾ ਸਾ ਹੋਈ ਫੁਨ ਹੋਸੀ ਸੁਖ ਦੁਖ ਕਹਾਂ ਦਿਖਾਇਓ। ਖੰਡ ਬ੍ਰਹਿਮੰਡ ਕਾ ਏਕੋ ਠਾਣਾ ਗੁਰ ਪੜਦਾ ਖੋਲ ਦਿਖਾਇਓ। ਨੌ ਨਿਧ ਨਾਮ ਨਿਧਾਨ ਇਕਠਾਈ ਤੋ ਬਾਹਰ ਕੈਠੈ ਜਾਇਓ। ਏਕੈ ਅਨਕ ਏਕੈ ਕਨਕ ਅਨਕ ਭਾਂਤ ਸਾਜੀ ਬਹੁ ਪ੍ਰਕਾਰ ਰਚਾਇਓ। ਕਹੋ ਨਾਨਕ ਭਰਮ ਗੁਰ ਖੋਈ ਹੈ ਇਬ ਤਤੈ ਤਤ ਮਿਲਾਇਓ। ਕਹੋ ਨਾਨਕ ਭਰਮ ਗੁਰ ਖੋਈ ਹੈ ਇਬ ਤਤੈ ਤਤ ਮਿਲਾਇਓ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਹੈ। ਭਾਈ ਪ੍ਰਾਣਾ ਜੀ ਨੇ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਪੁੱਛਦੇ ਹਨ ਕਿ ਹੇ ਸਤਿਗੁਰੂ ਜੀ, ਆਪ ਜੀ ਕਿਰਪਾ ਕਰਕੇ ਦੱਸਣਾ ਕਰੋ ਕਿ ਆਪ ਜੀ ਨੇ ਗੁਰੂ ਰਾਮਦਾਸ ਜੀ ਦੇ ਪਾਸੋਂ ਕਿਹੋ ਜਿਹਾ ਆਨੰਦ ਪ੍ਰਾਪਤ ਕੀਤਾ ਹੈ। ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਭਾਈ ਪ੍ਰਾਣਾ ਜੀ ਨੂੰ ਇਹ ਉਪਦੇਸ਼ ਦੇ ਕੇ ਸਮਝਾ ਰਹੇ ਹਨ। ਜੋ ਪਿਛਲਾ ਸ਼ਬਦ ਸੀ ਉਹ ਵੀ ਭਾਈ ਪ੍ਰਾਣਾ ਜੀ ਦਾ ਸਵਾਲ ਸੀ, ਇੱਥੇ ਵੀ ਭਾਈ ਪ੍ਰਾਣਾ ਜੀ ਦਾ ਸਵਾਲ ਹੈ, ਕਿਉਂਕਿ ਅਨੰਨ ਸੇਵਕ ਸਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ। ਭਾਈ ਪ੍ਰਾਣਾ ਜੀ ਸਵਾਲ ਕਰਦੇ ਰਹਿੰਦੇ ਸਨ, ਗੁਰੂ ਜੀ ਉੱਤਰ ਦੇ ਵਿੱਚ ਉਪਦੇਸ਼ ਦਿੰਦੇ ਰਹਿੰਦੇ ਸਨ ਇਸ ਸੇਵਕ ਨੂੰ ਕਿ ਇੱਥੇ ਭਾਈ ਪ੍ਰਾਣਾ ਜੀ ਨੇ ਪੁੱਛਣਾ ਕੀਤਾ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿ ਆਪ ਜੀ ਕਿਰਪਾ ਕਰਕੇ ਦੱਸਣਾ ਕਰੋ ਕਿ ਆਪ ਜੀ ਨੇ ਗੁਰੂ ਰਾਮਦਾਸ ਜੀ ਦੇ ਪਾਸੋਂ ਕਿਹੋ ਜਿਹਾ ਆਨੰਦ ਪ੍ਰਾਪਤ ਕੀਤਾ ਸੀ, ਕਿਹੋ ਜਿਹੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਨ। ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੱਸਦੇ ਹੋਏ ਸਮਝਾ ਰਹੇ ਹਨ, ਕਹਿਣ ਲੱਗੇ ਐਸੋ ਪਰਚੋ ਪਾਇਓ ਕਿ ਹੇ ਭਾਈ ਗੁਰੂ ਸਾਹਿਬ ਜੀ ਨੇ ਮੈਨੂੰ ਐਸੋ ਅਜਿਹਾ ਪ੍ਰੇਮ ਦਾ ਪਰਚਾਵਾ ਪਾ ਦਿੱਤਾ ਹੈ, ਭਾਵ ਬ੍ਰਹਮ ਗਿਆਨ ਦੇ ਆਨੰਦ ਵਿੱਚ ਲੀਨ ਕਰ ਦਿੱਤਾ ਹੈ। ਐਸੋ ਪਰਚੋ ਪਾਇਓ ਕਿ ਹੇ ਭਾਈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਸਾਡੇ ਗੁਰੂ ਜੀ ਨੇ ਸਾਨੂੰ ਅਜਿਹਾ ਪ੍ਰੇਮ ਦਾ ਪਰਚੋ ਪਰਚਾਵਾ ਪਾ ਦਿੱਤਾ ਹੈ, ਭਾਵ ਬ੍ਰਹਮ ਗਿਆਨ ਦੇ ਆਨੰਦ ਵਿੱਚ ਲੀਨ ਕਰ ਦਿੱਤਾ ਹੈ। ਕਰੀ ਕਿਰਪਾ ਦਿਆਲ ਬੀਠਲੈ। ਦਿਆਲ ਦਇਆ ਦੇ ਘਰ ਬੀਠਲੈ ਪਰਮੇਸ਼ਰ, ਉਤਪਤੀ ਪਾਲਣਾ ਲੈਤਾ ਕਰਨ ਵਾਲੇ ਸੁਆਮੀ ਦਾ ਰੂਪ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਮਿਹਰ ਕਰਕੇ ਮੈਨੂੰ ਦੱਸਣਾ ਕੀਤਾ ਹੈ ਕਿ ਰਹਾਉ
ਕਿ ਮੈਨੂੰ ਦੱਸਣਾ ਕੀਤਾ ਹੈ। ਕਰੀ ਕਿਰਪਾ ਦਿਆਲ ਬੀਠਲੇ, ਸਤਿਗੁਰ ਮੁਝੇ ਬਤਾਇਓ, ਕਿ ਦਇਆ ਦੇ ਘਰ ਬੀਠਲੇ ਪਰਮੇਸ਼ਰ, ਉਤਪਤੀ ਪਾਲਣਾ ਲੈਤਾ ਕਰਨ ਵਾਲੇ ਸੁਆਮੀ ਦਾ ਰੂਪ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਮਿਹਰ ਕਰਕੇ ਮੈਨੂੰ ਬਤਾਇਓ, ਦੱਸਣਾ ਕੀਤਾ ਹੈ। ਰਹਾਓ। ਪ੍ਰਾਣਾ ਜੀ ਕਹਿਣ ਲੱਗੇ, ਹੇ ਮਹਾਰਾਜ ਜੀ, ਤੁਹਾਨੂੰ ਕੀ ਦੱਸਣਾ ਕੀਤਾ ਹੈ? ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਜਤ ਕਤ ਦੇਖੋ ਤਤ ਤਤ ਤੁਮ ਹੀ, ਮੋਹਿ ਇਹੋ ਵਿਸ਼ਵਾਸ ਹੋਏ ਆਇਓ। ਗੁਰੂ ਅਰਜਨ ਦੇਵ ਮਹਾਰਾਜ ਜੀ ਭਾਈ ਪ੍ਰਾਣਾ ਜੀ ਨੂੰ ਕਹਿਣ ਲੱਗੇ, ਹੇ ਭਾਈ, ਮੋਹਿ ਇਹੋ ਵਿਸ਼ਵਾਸ ਹੋਏ ਆਇਓ, ਕਿ ਮੋਹਿ ਮੈਨੂੰ ਇਹੋ ਹੀ ਵਿਸ਼ਵਾਸ ਭਰੋਸਾ ਕਿ ਵਿਸ਼ਵਾਸ ਹੋ ਆਇਆ ਹੈ ਕਿ ਜਤ ਕਤ ਦੇਖੋ ਤਤ ਤਤ ਤੁਮ ਹੀ, ਕਿ ਹੇ ਪਰਮੇਸ਼ਰ ਮੈਂ ਜਤ ਕਤ ਜਿੱਥੇ ਕਿਤੇ ਵੀ ਦੇਖਦਾ ਹਾਂ, ਤਤ ਤਤ ਉੱਥੇ ਉੱਥੇ ਤੁਸੀਂ ਹੀ ਹੋ। ਕਿ ਜਤ ਕਤ ਦੇਖੋ ਤਤ ਤਤ ਤੁਮ ਹੀ, ਮੋਹਿ ਇਹੋ ਵਿਸ਼ਵਾਸ ਹੋਏ ਆਇਓ, ਕਿ ਹੇ ਭਾਈ ਮੈਨੂੰ ਇਹੋ ਹੀ ਵਿਸ਼ਵਾਸ ਭਰੋਸਾ ਹੋ ਆਇਆ ਹੈ ਕਿ ਜਤ ਕਤ ਦੇਖੋ ਤਤ ਤਤ ਤੁਮ ਹੀ, ਹੇ ਪਰਮੇਸ਼ਰ ਮੈਂ ਜਤ ਕਤ ਜਿੱਥੇ ਕਿਤੇ ਵੀ ਦੇਖਦਾ ਹਾਂ, ਤਤ ਤਤ ਉੱਥੇ ਉੱਥੇ ਤੁਸੀਂ ਹੀ ਹੋ। ਕਹਿ ਪਹਿ ਕਰੋ ਅਰਦਾਸ ਬੇਨਤੀ, ਜੋ ਸੁਨ ਤੋ ਹੈ ਰਗਰਾਇਓ। ਮਹਾਰਾਜ ਜੀ ਕਹਿਣ ਲੱਗੇ, ਗੁਰੂ ਅਰਜਨ ਦੇਵ ਜੀ, ਹੁਣ ਫਿਰ ਅਸੀਂ ਕਿਸ ਪਾਸ ਜਾ ਕੇ ਆਪਣੀ ਅਰਦਾਸ ਆਪਣੀ ਪ੍ਰਾਰਥਨਾ ਕਰਨ ਵਾਸਤੇ ਜੋਦੜੀ ਕਰੀਏ, ਕਿ ਕਿਸ ਵਾਸਤੇ ਜਾ ਕੇ ਅਰਦਾਸ ਜੋਦੜੀ ਕਰੀਏ। ਆਰ ਜਮਾਦਾਸ ਆਰ ਬੈਰੀ, ਜੋ ਕਾਮ ਕ੍ਰੋਧ ਆਦਿਕ ਸਨ, ਉਹਨਾਂ ਨੂੰ ਸੇਵਕ ਬਣਾਉਣ ਲਈ ਕਿਸ ਅੱਗੇ ਅਰਦਾਸ, ਕਿਸ ਅੱਗੇ ਬੇਨਤੀ ਕਰੀਏ। ਅਰਦਾਸ ਦਾ ਭਾਵ ਆਰ ਜਮਾਦਾਸ ਆਰ ਬੈਰੀ, ਜੋ ਕਾਮ ਕ੍ਰੋਧ ਆਦਿਕ ਹਨ, ਉਹਨਾਂ ਨੂੰ ਦਾਸ ਸੇਵਕ ਬਣਾਉਣ ਲਈ ਕਿਸ ਅੱਗੇ ਬੇਨਤੀ ਕਰੀਏ। ਜੋ ਸੁਣ ਤੋ ਹੈ ਰਘੁਰਾਇਓ, ਜੋ ਜਦੋਂ ਰਘੁਰਾਇਓ ਪਰਮੇਸ਼ਰ ਆਪ ਸੁਣ ਰਿਹਾ ਹੈ ਕਿ ਰਾਜਾ ਸਰੂਪ ਭਗਵਾਨ ਰਾਮਚੰਦਰ ਭਾਵ ਪਰਮੇਸ਼ਰ ਆਪ ਸੁਣ ਲਿਆ ਹੈ, ਫਿਰ ਉਸ ਤੋਂ ਬਿਨਾਂ ਹੋਰ ਕਿਸ ਅੱਗੇ ਜਾ ਕੇ ਅਰਦਾਸ ਕਰੀਏ। ਮਹਾਰਾਜ ਜੀ ਕਹਿਣ ਲੱਗੇ ਕਿ ਲਹਿਓ ਸਹਿਸਾ ਬੰਧਨ ਗੁਰ ਤੋਰੇ, ਤਾਂ ਸਦਾ ਸਹਿਜ ਸੁਖ ਪਾਇਓ। ਹੇ ਭਾਈ, ਪ੍ਰਮਾਣ ਗਤ ਪ੍ਰੇ ਗਤ ਤੇ ਸੰਸਾ ਲੈ ਗਿਆ ਹੈ। ਲਹਿਓ ਸੰਸਾ ਬੰਧਨ ਗੁਰ ਤੋਰੇ, ਤੇ ਹੇ ਭਾਈ ਪ੍ਰਾਣਗਤ ਪ੍ਰੇ ਰੂਪ ਸਹਿਸਾ ਸੰਸਾ ਲੈ ਗਿਆ ਹੈ, ਅਤੇ ਗੁਰ ਤੋਰੇ ਸਤਿਗੁਰਾਂ ਜੀ ਨੇ ਕਰਤਾ ਭੁਗਤਾ ਹਉਮੈ ਦੇ ਬੰਧਨ ਤੋੜ ਦਿੱਤੇ ਹੈ, ਜੰਜਾਲ ਤੋੜ ਦਿੱਤੇ। ਤਾਂ ਸਦਾ ਸਹਿਜ ਸੁਖ ਪਾਇਆ, ਤਾਂ ਤਦ ਸਹਿਜੇ ਹੀ ਸਦੀਵ ਕਾਲ ਰਹਿਣ ਵਾਲਾ ਆਤਮਾ ਸੁਖ ਪ੍ਰਾਪਤ ਕਰ ਲਿਆ ਹੈ। ਕਿ ਹੇ ਭਾਈ ਪ੍ਰਾਣਗਤ ਪ੍ਰੇਗਤ ਰੂਪ ਸੰਸਾ ਲੈ ਗਿਆ ਹੈ, ਅਤੇ ਸਤਿਗੁਰੂ ਜੀ ਨੇ ਕਰਤਾ ਭੋਗਤਾ ਹਉਮੈ ਦੇ ਬੰਧਨ ਜੰਜਾਲ ਤੋੜ ਦਿੱਤੇ ਹਨ। ਸਹਿਜੇ ਹੀ ਸਦੀਵ ਕਾਲ ਰਹਿਣ ਵਾਲਾ ਆਤਮਕ ਸੁਖ ਪਾ ਲਿਆ ਹੈ, ਪ੍ਰਾਪਤ ਕਰ ਲਿਆ ਹੈ। ਹੋਣਾ ਸਾ ਸੋਈ ਫੁਨ ਹੋਸੀ, ਸੁਖ ਦੁਖ ਕਹਾਂ ਦਿਖਾਇਓ। ਮਹਾਰਾਜ ਜੀ ਕਹਿਣ ਲੱਗੇ, ਜੋ ਕੁਝ ਪਰਮੇਸ਼ਰ ਵੱਲੋਂ ਹੋਣਾ ਸੀ ਉਹੀ ਪਿੱਛੇ ਭੂਤ ਕਾਲ ਵਿੱਚ ਹੁੰਦਾ ਸੀ। ਹੋਣਾ ਸਾ ਹੋਸੀ ਫੁਨ ਹੋਸੀ, ਕਿ ਜੋ ਕੁਝ ਪਰਮੇਸ਼ਰ ਵੱਲੋਂ ਹੋਣਾ ਸੀ ਉਹੀ ਪਿੱਛੇ ਭੂਤ ਕਾਲ ਵਿੱਚ ਹੁੰਦਾ ਸੀ, ਸੋਈ ਉਹੀ ਹੁਣ ਹੋ ਰਿਹਾ ਹੈ। ਫੁਨ ਹੋਸੀ, ਫੁਨ
ਭਵਿੱਖਤ ਕਾਲ ਵਿੱਚ ਉਹੀ ਹੀ ਹੋਵੇਗਾ। ਫਿਰ ਸੁੱਖ ਦੁੱਖ ਕਹਾਂ ਦਿਖਾਇਓ, ਫਿਰ ਸੁੱਖ ਦੁੱਖ ਕਹਾਂ ਕਿੱਥੇ ਦੇਖਣ ਵਿੱਚ ਆਉਣਾ ਹੈ। ਭਾਵ ਆਪਣੇ ਆਪ ਨੂੰ ਸੁੱਖ ਦੁੱਖ ਤੋਂ ਅਸੰਗ ਮੰਨਦੇ ਹਾਂ। ਖੰਡ ਬ੍ਰਹਿਮੰਡ ਕਾ ਏਕੋ ਠਾਣਾ, ਗੁਰ ਪੜਦਾ ਖੋਲ ਦਿਖਾਇਓ। ਖੰਡ ਬ੍ਰਹਿਮੰਡ ਕਾ ਏਕੋ ਠਾਣਾ, ਖੰਡ ਕਿਹਾ ਟੁਕੜਾ, ਭਾਵ 9 ਖੰਡ ਸਰੀਰ ਅਤੇ 21 ਪੁਰੀਆਂ ਵਾਲਾ ਬ੍ਰਹਿਮੰਡ, ਬ੍ਰਹਿਮ ਦਾ ਆਂਡਾ ਭਾਵ ਸੰਸਾਰ ਦਾ ਇੱਕੋ ਹੀ ਠਾਣਾ ਅਸਥਾਨ ਆਸਰਾ ਪਰਮੇਸ਼ਰ ਹੈ। ਖੰਡ ਬ੍ਰਹਿਮੰਡ ਕਾ ਏਕੋ ਠਾਣਾ ਕੇ 9 ਖੰਡ ਸਰੀਰ ਅਤੇ 21 ਪੁਰੀਆਂ ਵਾਲਾ ਬ੍ਰਹਿਮੰਡ ਕਿ ਬ੍ਰਹਮ ਦਾ ਆਂਡਾ ਭਾਵ ਸੰਸਾਰ ਦਾ ਇੱਕੋ ਇੱਕ ਹੀ ਠਾਣਾ ਅਸਥਾਨ ਆਸਰਾ ਪਰਮੇਸ਼ਰ ਹੈ। ਗੁਰ ਪੜਦਾ ਖੋਲ ਦਿਖਾਇਓ, ਉਹ ਆਤਮਾ ਸਰੂਪ ਸਤਿਗੁਰਾਂ ਨੇ ਹਉਮੈ ਭਰਮ ਅਗਿਆਨ ਦਾ ਪੜਦਾ ਖੋਲ ਕਰਕੇ ਅੰਦਰੋਂ ਪ੍ਰਗਟ ਕਰਕੇ ਦਿਖਾ ਦਿੱਤਾ ਹੈ। ਜੈਸਾ ਕਿ ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ ਕਿ ਇੱਕ ਪਰਮੇਸ਼ਰ ਅਨੇਕਾਂ ਤਰੀਕਿਆਂ ਦੇ ਨਾਲ ਪਸਰ ਰਿਹਾ ਹੈ, ਇਸ ਸ੍ਰਿਸ਼ਟੀ ਦੇ ਵਿੱਚ ਵਰਤ ਰਿਹਾ ਹੈ। ਨੌ ਨਿਧ ਨਾਮ ਨਿਧਾਨ ਇਕਠਾਈ, ਤਉ ਬਾਹਰ ਕੈਠੈ ਜਾਇਓ। 9 ਨਿਧ ਨਾਮ ਨਿਧਾਨ ਇਕਠਾਈ, 9 ਨਿਧੀਆਂ ਦੇ ਦੇਣ ਵਾਲਾ, ਨਾਮ ਦਾ ਖਜ਼ਾਨਾ, ਨਾਮ ਦਾ ਨਿਧਾਨ ਇੱਕ ਹਿਰਦੇ ਰੂਪੀ ਥਾਂ ਵਿੱਚ, ਸਾਧ ਸੰਗਤ ਰੂਪੀ ਥਾਂ ਵਿੱਚ ਗੁਰੂ ਜੀ ਨੇ ਰੱਖਿਆ ਹੋਇਆ ਹੈ। 9 ਨਿਧ ਨਾਮ ਨਿਧਾਨ ਇਕਠਾਈ ਕਿ 9 ਨਿਧੀਆਂ ਦੇ ਦੇਣ ਵਾਲਾ ਨਾਮ ਦਾ ਖਜ਼ਾਨਾ ਇੱਕ ਹਿਰਦੇ ਰੂਪੀ ਥਾਂ ਵਿੱਚ, ਜਾਂ ਕਹਿ ਲਓ ਸਾਧ ਸੰਗਤ ਰੂਪੀ ਥਾਂ ਵਿੱਚ ਗੁਰੂ ਜੀ ਨੇ ਰੱਖਿਆ ਹੋਇਆ ਹੈ। ਕਿ 9 ਗੋਲਕਾਂ ਦਾ ਆਧਾਰ ਰੂਪ ਜੋ ਪਰਮੇਸ਼ਰ ਹੈ, ਉਸ ਦੇ ਨਾਮ ਦਾ ਨਿਧਾਨ ਖਜ਼ਾਨਾ ਇੱਕ ਅੰਤਿ ਕਰਨ ਰੂਪੀ ਥਾਂ ਵਿੱਚ ਹੀ ਸਥਿਤ ਹੋਇਆ ਹੈ, ਹਿਰਦੇ ਰੂਪੀ ਥਾਂ ਵਿੱਚ ਹੀ ਟਿਕਿਆ ਹੋਇਆ ਹੈ। ਕਿ ਤਉ ਬਾਹਰ ਕੈਠੈ ਜਾਇਓ, ਤੇ ਇਕੱਠਾ ਹੀ ਪ੍ਰਾਪਤ ਹੋ ਗਿਆ ਹੈ। ਤਉ ਤਦ, ਹੁਣ ਬਾਹਰ, ਕੈਠੇ ਕਿਹੜੇ ਥਾਂ ਕਿਸ ਜਗ੍ਹਾ ਵਿੱਚ ਜਾਣਾ ਹੈ, ਭਾਵ ਜਾਣ ਦੀ ਗੁੰਜਾਇਸ਼ ਹੀ ਨਹੀਂ। ਕਿ ਜਦੋਂ ਪਰਮੇਸ਼ਰ ਦਾ ਨਾਮ ਸਤ ਸੰਗਤ ਤੋਂ ਪ੍ਰਾਪਤ ਹੋਣਾ ਹੈ, ਜਾਂ ਹਿਰਦੇ ਰੂਪੀ ਥਾਂ ਦੇ ਵਿੱਚ ਟਿਕਾਇਆ ਹੋਇਆ ਹੈ ਨਾਮ ਦਾ ਖਜ਼ਾਨਾ ਪਰਮੇਸ਼ਰ ਨੇ। ਏਕੈ ਅਨਕ, ਏਕੈ ਕਨਕ, ਅਨਕ ਭਾਂਤ ਸਾਜੀ, ਬਹੁ ਪ੍ਰਕਾਰ ਰਚਾਇਓ। ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ, ਜਿਵੇਂ ਇੱਕੋ ਹੀ ਕਣਕ ਸੋਨਾ ਹੋਵੇ, ਇੱਕੋ ਕਣਕ ਕਿ ਹੈ ਭਾਈ ਜਿਵੇਂ ਇੱਕੋ ਹੀ ਕਣਕ ਸੋਨਾ ਹੋਵੇ, ਤੇ ਉਸ ਤੋਂ ਅਨਕ ਭਾਂਤ ਸਾਜੀ, ਅਨੇਕਾਂ ਤਰੀਕਿਆਂ ਦੇ ਗਹਿਣੇ ਆਦਿਕ ਸਾਜ ਲਈਏ। ਇਸੇ ਪ੍ਰਕਾਰ ਸੋਨੇ ਦੀ ਨਿਆਈ ਚੇਤਨ ਇੱਕੋ ਹੀ ਹੈ। ਉਸ ਨੇ 25 ਪ੍ਰਕਿਰਤੀਆਂ ਆਦਿ ਕਰਕੇ ਅਨੇਕਾਂ ਤਰੀਕਿਆਂ ਦੇ ਨਾਲ ਸੰਸਾਰ ਨੂੰ 3 ਗੁਣਾਂ ਵਿੱਚ ਰਚਨਾ ਕੀਤਾ ਹੈ। ਬਹੁ ਪ੍ਰਕਾਰ ਰਚਾਇਓ ਕਿ ਬਹੁਤ ਤਰੀਕਿਆਂ ਦੇ ਨਾਲ ਸੰਸਾਰ ਨੂੰ 3 ਗੁਣਾਂ ਦੇ ਵਿੱਚ ਰਚਨਾ ਕੀਤਾ ਹੈ। ਜੇਕਰ ਉਹਨਾਂ ਗਹਿਣਿਆਂ ਨੂੰ ਸੁਨਿਆਰ ਕੁਠਾਲੀ ਵਿੱਚ ਪਾ ਕੇ ਢਾਲ ਦੇਵੇ ਤਾਂ ਸੋਨਾ ਹੀ ਰਹਿ ਜਾਂਦਾ ਹੈ। ਇਸੇ ਪ੍ਰਕਾਰ ਜੋ ਬਹੁਤ ਪ੍ਰਕਾਰ ਦੀ ਰਚਨਾ ਨੂੰ ਮਹਾਰਾਜ ਜੀ ਨੇ ਰਚਾਇਆ ਹੈ, ਜਦੋਂ ਸਤਿਗੁਰੂ ਜੀ ਨੇ ਪ੍ਰੇਮ ਰੂਪੀ ਕਠਾਲੀ ਵਿੱਚ ਪਾ ਕੇ ਤਾਪ ਰੂਪੀ ਅਗਨੀ ਦੇ ਨਾਲ ਇਸ ਨੂੰ ਢਾਲ ਦਿੱਤਾ, ਉਦੋਂ ਭੂਖਨ ਆਕਾਰ ਬਿਰਤੀ ਹਟ ਗਈ, ਤਾਂ ਸਾਰਿਆਂ ਵਿੱਚ ਚੇਤਨ ਬ੍ਰਹਮ ਹੀ ਦਿਸ ਆਇਆ ਹੈ। ਕਹੁ ਨਾਨਕ ਭਰਮ ਗੁਰ ਖੋਈ ਹੈ, ਇਬ ਤਤੈ ਤਤ ਮਿਲਾਇਓ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ
ਕਿ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਭਰਮ ਸੰਸਾ ਖੋ ਦਿੱਤਾ ਹੈ, ਨਾਸ ਕਰ ਦਿੱਤਾ ਹੈ। ਇਬ ਤਤੈ ਤਤ ਮਿਲਾਇਓ, ਇਬ ਇਸ ਤਰ੍ਹਾਂ ਤਤੈ ਤੋਏ ਜੀਵ ਪਦ ਦਾ ਲੱਖ ਅਰਥ ਅਤੇ ਤਤ ਪਦ ਈਸ਼ਰ ਦਾ ਲੱਖ ਅਰਥ ਮਿਲ ਗਿਆ ਹੈ। ਭਾਵ ਪਰਤਕ ਚੇਤਨ ਨੂੰ ਅਦਵੈਤ ਆਨੰਦ ਵਿੱਚ ਅਭੇਦ ਕਰ ਦਿੱਤਾ ਹੈ। ਕਹੋ ਨਾਨਕ ਭਰਮ ਗੁਰ ਹੋਈ ਹੈ, ਇਬ ਤਤੈ ਤਤ ਮਿਲਾਇਓ। ਸਤਿਗੁਰੂ ਜੀ ਕਥਨ ਕਰਦੇ ਹਨ, ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਭਰਮ ਸੰਸਾ ਖੋ ਦਿੱਤਾ ਹੈ, ਨਾਸ ਕਰ ਦਿੱਤਾ ਹੈ। ਇਸ ਤਰ੍ਹਾਂ ਤਤੈ ਤਤ ਮਿਲਾਇਓ ਕਿ ਤਤੈ ਤੋਏ ਜੀਵ ਪਦ ਦਾ ਲੱਖ ਅਰਥ ਅਤੇ ਤਤ ਪਦ ਈਸ਼ਵਰ ਦਾ ਲੱਖ ਅਰਥ ਮਿਲ ਗਿਆ ਹੈ। ਭਾਵ ਪਰਤਕ ਚੇਤਨ ਨੂੰ ਅਦਵੈਤ ਆਨੰਦ ਦੇ ਵਿੱਚ ਅਭੇਦ ਕਰ ਦਿੱਤਾ ਹੈ, ਇੱਕ ਮਿਕ ਕਰ ਦਿੱਤਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਨਾਲ ਸਮਝਾਉਣਾ ਕੀਤਾ ਹੈ।